ਅਤੇ ਸੰਗਤਾਂ ਦੇ ਜਿਹੜੇ ਰਹਿੰਦੇ ਕੰਮ ਨੇ, ਬਰਾਦਰ ਭਾਈਚਾਰੇ ਦੇ ਜਿਹੜੇ ਰਹਿੰਦੇ ਕੰਮ ਨੇ, ਕਿਤੇ ਕੋਈ ਦੁਬਦਾ ਹੈ, ਕਿਤੇ ਕੋਈ ਬਖੇੜਾ ਹੈ, ਕਿਤੇ ਨਾਰਾਜ਼ਗੀਆਂ ਨੇ, ਜਾਂ ਗੁਰੂ ਘਰ ਦੇ ਕੰਮਾਂ ਲਈ ਅਗਰ ਕੋਈ ਵੀ ਕੰਮ ਹੋਏਗਾ ਅਸੀਂ ਨੇਤਰੇ ਚਾੜਨ ਲਈ ਬਿਲਕੁਲ ਤਤਪਰ ਰਹਾਂਗੇ। ਉਹ ਏਕਤਾ ਦਾ ਇੱਕ ਬੜਾ ਵੱਡਾ ਕਾਰਜ ਸੀ, ਉਸ ਨੂੰ ਸਿਰੇ ਚੜਾਉਂਦਿਆਂ ਸਾਨੂੰ 2 ਸਾਲ ਲੱਗੇ। ਪੰਥ ਦੇ ਵਿੱਚ ਏਕਤਾ ਹੋਈ। ਦਾਸ ਉਮੀਦ ਕਰਦਾ ਹੈ ਕਿ ਇਸ ਵਾਰ ਵੀ ਸੰਗਤ ਜਿੱਥੇ ਵੀ ਅਸੀਂ ਪ੍ਰਚਾਰ ਲਈ ਗਏ ਹਾਂ, ਸੰਗਤ ਨੇ ਪੂਰਨ ਸਹਿਯੋਗ ਦਿੱਤਾ ਹੈ। ਇੱਕ ਕੈਂਡੀਡੇਟ ਜਿੱਤ ਕੇ ਜਾਂਦਾ ਹੈ, ਉਹ ਪਿਛਲੇ ਕਿਸੇ ਨੇ ਵੋਟ ਦਿੱਤਾ ਜਾਂ ਨਾ ਦਿੱਤਾ, ਉਸ ਗੱਲ ਨੂੰ ਭੁਲਾ ਕੇ ਅਸੀਂ ਸਾਰਿਆਂ ਨਾਲ ਉਹੀ ਪਿਆਰ ਕਰਨਾ ਹੈ, ਇੱਕੋ ਕਲਾਵੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਨਾ ਕਿ ਅਸੀਂ ਇਹ ਕਹਿਣਾ ਕਿ ਇਹ ਉਸ ਧੜੇ ਦਾ ਹੈ ਜਾਂ ਉਸ ਧੜੇ ਦਾ ਹੈ। ਅਸੀਂ ਉਸ ਵੇਲੇ ਸਾਂਝੇ ਉਮੀਦਵਾਰ ਜਿੱਤ ਕੇ ਆਏ ਦੇ ਹੁੰਦੇ ਹਾਂ, ਅਸੀਂ ਸਾਰਿਆਂ ਨੂੰ ਬਰਾਬਰਤਾ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਦਿਨ ਸਿਰਫ ਯਾਨੀ ਕਿ ਗੱਲ ਕਰੀਏ ਗਾਡੀਗੜ੍ਹ ਹਲਕੇ ਦੀ, ਹਰ ਇੱਕ ਦੀ ਨਿਗਾਹ ਗਾਡੀਗੜ੍ਹ ਹਲਕੇ ਦੇ ਉੱਤੇ ਹੈ, ਜਿਹਨੂੰ ਕਹਿ ਸਕਦੇ ਆ ਸਭ ਤੋਂ ਫਸਵਾਂ ਮੁਕਾਬਲਾ ਹੀ ਹੋ ਗਿਆ। ਹੁਣ ਜਦੋਂ ਇਲੈਕਸ਼ਨ ਹੀ ਹੈ, ਸਭ ਤੋਂ ਫਸਵਾਂ ਮੁਕਾਬਲਾ ਗਾਡੀਗੜ੍ਹ ਹਲਕੇ ਦਾ। ਕੌਣ ਇੱਥੋਂ ਬਾਜੀ ਮਾਰਦਾ? ਜਦੋਂ ਇਲੈਕਸ਼ਨ ਹੀ ਹੋ ਗਈ ਤਾਂ ਹੁਣ ਕੋਈ ਇੱਕ ਹੀ ਸੇਵਾ ਦੇ ਲਈ ਮੂਹਰੇ ਆਵੇਗਾ। ਤਾਂ ਜਾਣਦੇ ਹਾਂ, ਸਾਡੇ ਨਾਲ ਸਰਦਾਰ ਫਤਿਹ ਸਿੰਘ ਜੀ ਨੇ, ਸਕੱਤਰ ਰਹਿ ਚੁੱਕੇ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਬਤੌਰ ਸਕੱਤਰ ਇਹਨਾਂ ਨੇ ਸੇਵਾਵਾਂ ਦਿੱਤੀਆਂ ਨੇ। ਹੁਣ ਸਵਾਲ ਕਰਨ ਨੂੰ ਤਾਂ ਮੈਨੂੰ ਲੱਗਦਾ ਸਮਾਂ ਹੀ ਨਹੀਂ ਬਚਿਆ। ਸੰਗਤ ਨੂੰ ਅਪੀਲ ਹੀ ਹੋਵੇਗੀ ਇਹਨਾਂ ਦੇ ਵੱਲੋਂ। ਵੀਰ ਜੀ, ਅਖੀਰਲਾ ਦਿਨ ਕੱਲ੍ਹ ਦਾ ਦਿਨ ਵਿਚਕਾਰ ਹੈ, ਵੇਖ ਸਕਦੇ ਹਾਂ ਕਾਫੀ ਜ਼ਿਆਦਾ ਵੀ ਮੈਨੂੰ ਇਉਂ ਲੱਗਦਾ ਕਿ ਗਾਡੀਗੜ੍ਹ ਤੋਂ ਨਾ ਮਾਰਜਨ ਰਹੇਗਾ ਤਾਂ ਕੋਈ ਜ਼ਿਆਦਾ, ਚਲੋ ਮੈਂ ਡਿਸਾਈਡ ਵੀ ਨਹੀਂ ਕਰ ਪਾਉਂਦੀ, ਲੇਕਿਨ ਜਿੰਨਾ ਕੁ ਆਪਾਂ ਲੋਕਾਂ 'ਚ ਵਿਚਰੇ ਹਾਂ, ਸਭ ਤੋਂ ਟਫ ਸੀਟ ਬਣ ਗਈ ਹੈ ਇਹ। ਇੱਕ ਕਹਿ ਸਕਦੇ ਸਿਰ ਧੜ ਦੀ ਲੱਗੀ ਪਈ ਆ। ਤੁਸੀਂ ਕਿਵੇਂ ਵੇਖਦੇ ਹੋ? ਤਾਂ ਸੰਗਤਾਂ ਨੂੰ ਤੁਹਾਡਾ ਕੀ ਸੁਨੇਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦਾਸ ਨੂੰ ਜਿਸ ਤਰ੍ਹਾਂ 2015 ਦੇ ਵਿੱਚ ਇਲੈਕਸ਼ਨ ਵਿੱਚ ਦਾਸ ਮਹਾਂਪੁਰਸ਼ਾਂ ਨੇ ਖੜਾ ਕੀਤਾ ਸੀ, ਸੰਗਤਾਂ ਨੇ ਪੂਰਨ ਸਹਿਯੋਗ ਦੇ ਕੇ ਦਾਸ ਨੂੰ ਜਿਤਾ ਕੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭੇਜਿਆ ਸੀ। ਤੇ ਦਾਸ ਨੇ ਪਿਛਲੇ 7 ਸਾਲਾਂ ਦੇ ਵਿੱਚ 3 ਸਾਲ ਤੋਂ ਅਸੀਂ ਕੁਝ ਨਹੀਂ ਬਣੇ। 2 ਸਾਲ ਦਾਸ ਬਤੌਰੇ ਸਕੱਤਰ ਦੀ ਸੇਵਾ ਨਿਭਾਈ। ਜੋ ਸੇਵਾਵਾਂ ਸਾਡੇ ਹਿੱਸੇ ਵਿੱਚ ਆਈਆਂ, ਜਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਜਦੋਂ ਦਾਸ ਜਿੱਤ ਕੇ ਗਿਆ, ਸਭ ਤੋਂ ਪਹਿਲਾਂ ਸੇਵਾ ਲਗਾਈ ਸੀ ਕਿ ਤੁਸੀਂ ਪੰਥ ਦੀ ਏਕਤਾ ਕਰਾਉਣੀ ਹੈ। ਉਹ ਏਕਤਾ ਦਾ ਇੱਕ ਬੜਾ ਵੱਡਾ ਕਾਰਜ ਸੀ, ਉਸ ਨੂੰ ਸਿਰੇ ਚੜਾਉਂਦਿਆਂ ਸਾਨੂੰ 2 ਸਾਲ ਲੱਗੇ। ਪੰਥ ਦੇ ਵਿੱਚ ਏਕਤਾ ਹੋਈ, ਵੱਡੇ ਪੱਧਰ ਤੇ ਕ੍ਰਾਂਤੀ ਆਈ। ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ, ਚਾਹੇ ਜੰਮੂ ਕਸ਼ਮੀਰ ਵਿੱਚ ਰਹਿੰਦੀਆਂ, ਚਾਹੇ ਵਿਦੇਸ਼ਾਂ ਵਿੱਚ ਰਹਿੰਦੀਆਂ ਨੇ, ਵਿਦੇਸ਼ਾਂ ਵਿੱਚੋਂ ਵੀ ਦਾਸ ਨੂੰ ਬੜੇ ਫੋਨ ਆਏ, ਮੁਬਾਰਕਬਾਦ ਦਿੱਤੀ ਕਿ ਤੁਸੀਂ ਪੰਥ ਦੇ ਵਿੱਚ ਜੋ ਦੁਬਦਾ ਸੀ ਉਸ ਨੂੰ ਖਤਮ ਕਰਕੇ ਇੱਕ ਪਲੇਟਫਾਰਮ 'ਤੇ ਲਿਆਂਦਾ ਹੈ। ਬੜਾ ਹੁੰਗਾਰਾ ਮਿਲਿਆ। ਫਿਰ ਦਾਸ ਹੋਰ ਜਿਹੜੀਆਂ ਸੇਵਾਵਾਂ ਸਾਨੂੰ ਮਿਲੀਆਂ, ਉਹ ਅਸੀਂ ਬਾਖੂਬੀ ਨਿਭਾਈਆਂ। ਕੁਝ ਸੇਵਾਵਾਂ ਰਹਿ ਗਈਆਂ ਨੇ। ਦਾਸ ਉਮੀਦ ਕਰਦਾ ਹੈ ਕਿ ਇਸ ਵਾਰ ਵੀ ਸੰਗਤ ਜਿੱਥੇ ਵੀ ਅਸੀਂ ਪ੍ਰਚਾਰ ਲਈ ਗਏ ਹਾਂ, ਸੰਗਤ ਨੇ ਪੂਰਨ ਸਹਿਯੋਗ ਦਿੱਤਾ ਹੈ, ਆਸ਼ਵਾਸਨ ਦਿੱਤਾ ਹੈ ਕਿ ਇਸ ਵਾਰ ਅਸੀਂ ਤੁਹਾਨੂੰ ਫਿਰ ਜਿਤਾ ਕੇ ਲਿਆਂਗੇ। ਸੰਗਤਾਂ ਬਹੁਤ ਪਿਆਰ ਕਰਦੀਆਂ ਨੇ। ਦਾਸ ਨੇ ਪਿਛਲੇ 7 ਸਾਲਾਂ ਦੇ ਵਿੱਚ ਆਪਣੀ ਕਾਂਸਟੀਚੁਐਂਸੀ ਦੇ ਵਿੱਚ ਅਤੇ ਪੂਰੇ ਜੰਮੂ ਡਿਸਟ੍ਰਿਕਟ ਵਿੱਚ ਜਿੱਥੇ ਵੀ ਦਾਸ ਨੂੰ ਕਿਸੇ ਨੇ ਯਾਦ ਕੀਤਾ ਹੈ, ਚਾਹੇ ਆਰਐਸਪੁਰਾ ਸੀ, ਚਾਹੇ ਰਾਮਗੜ੍ਹ ਸੀ, ਚਾਹੇ ਗੋਲ ਗੁਜਰਾਲ ਸੀ, ਉੱਥੇ ਪਹੁੰਚ ਕੇ ਜੋ ਗੁਰੂ ਦੀ ਗੱਲ ਸਾਰੀਆਂ ਸੰਗਤਾਂ ਦੇ ਸਾਹਮਣੇ ਰੱਖੀ। ਦਾਸ ਦਾ ਇੱਕੋ ਇੱਕ ਟੀਚਾ ਸੀ, ਗੁਰੂ ਗ੍ਰੰਥ ਤੇ ਗੁਰੂ ਪੰਥ। ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਅੰਤ ਸਮੇਂ ਆਪਣੀਆਂ ਸੰਗਤਾਂ ਨੂੰ, ਅਗਰ 10 ਗੁਰੂ ਸਾਹਿਬਾਨ ਦੇ ਦਰਸ਼ਨ ਕਰਨੇ ਹੋਣਗੇ ਗੁਰੂ ਗ੍ਰੰਥ 'ਚੋਂ ਕਰਿਓ, ਅਗਰ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਏ ਗੁਰੂ ਪੰਥ ਵਿੱਚੋਂ ਕਰਿਓ। ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਹੀ ਗੱਲ ਕੀਤੀ, ਏਕਤਾ ਦੀ ਗੱਲ ਕੀਤੀ। ਹਮੇਸ਼ਾ ਅਸੀਂ ਤਤਪਰ ਰਵਾਂਗੇ ਕਿ ਜਿਸ ਤਰ੍ਹਾਂ ਸਾਡੀ ਬਰਾਦਰ ਭਾਈਚਾਰੇ ਵਿੱਚ ਇਲੈਕਸ਼ਨ ਵਿੱਚ ਵੰਡੀਆਂ ਪੈ ਜਾਂਦੀਆਂ ਨੇ, ਜਦੋਂ ਇੱਕ ਕੈਂਡੀਡੇਟ ਜਿੱਤ ਕੇ ਜਾਂਦਾ ਹੈ, ਉਹ ਪਿਛਲੇ ਕਿਸੇ ਨੇ ਵੋਟ ਦਿੱਤਾ ਜਾਂ ਨਾ ਦਿੱਤਾ,
ਉਸ ਗੱਲ ਨੂੰ ਭੁਲਾ ਕੇ ਅਸੀਂ ਸਾਰਿਆਂ ਨਾਲ ਉਹੀ ਪਿਆਰ ਕਰਨਾ ਹੈ, ਇੱਕੋ ਕਲਾਵੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਨਾ ਕਿ ਅਸੀਂ ਇਹ ਕਹਿਣਾ ਕਿ ਇਹ ਉਸ ਧੜੇ ਦਾ ਹੈ ਜਾਂ ਉਸ ਧੜੇ ਦਾ ਹੈ। ਅਸੀਂ ਉਸ ਵੇਲੇ ਸਾਂਝੇ ਉਮੀਦਵਾਰ ਜਿੱਤ ਕੇ ਆਏ ਦੇ ਹੁੰਦੇ ਹਾਂ, ਅਸੀਂ ਸਾਰਿਆਂ ਨੂੰ ਬਰਾਬਰਤਾ ਦੇਵਾਂਗੇ। ਜਿਹੜੇ ਪਿਛਲੇ ਸਮੇਂ ਵਿੱਚ ਸਾਡੇ ਕੰਮ ਰਹਿ ਗਏ ਉਹਨਾਂ ਨੂੰ ਨੇਤਰੇ ਚੜ੍ਹਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੰਗਤਾਂ ਦਾ ਪੂਰਨ ਸਹਿਯੋਗ ਮਿਲੇਗਾ। ਦਾਸ ਨੂੰ ਪੂਰੀ ਉਮੀਦ ਹੈ ਕਿ ਦਾਸ ਜਿੱਤ ਕੇ ਆਵੇਗਾ ਤੇ ਤੁਹਾਡੀ ਸੇਵਾ ਵਿੱਚ ਫਿਰ ਤਤਪਰ ਰਹੇਗਾ। ਪਿਛਲੇ 7 ਸਾਲਾਂ ਵਿੱਚ ਜਿੱਥੇ ਜਿੱਥੇ ਕਿਸੇ ਨੇ ਯਾਦ ਕੀਤਾ ਅਸੀਂ ਜ਼ਰੂਰ ਪਹੁੰਚੇ। ਕਈ ਜਗ੍ਹਾ ਨਹੀਂ ਪਹੁੰਚੇ, ਖਿਮਾ ਦੇ ਜਾਚਕ ਹਾਂ, ਕਿਉਂਕਿ ਰਜੈਮੇ ਬੜੇ ਨੇ, ਆਪਣੇ ਕਾਰੋਬਾਰ ਵੀ ਨੇ ਅਤੇ ਗੁਰੂ ਘਰ ਦੀ ਸੇਵਾ ਵੀ ਹੈ, ਕਈ ਵਾਰ ਨਹੀਂ ਪਹੁੰਚ ਸਕਦਾ। ਉਹਨਾਂ ਕੋਲੋਂ ਵੀ ਖਿਮਾ ਚਾਹੁੰਦੇ ਹਾਂ, ਲੇਕਿਨ ਆਉਣ ਵਾਲੇ ਸਮੇਂ 'ਚ ਪੂਰਨ ਆਸ਼ਵਾਸਨ ਦਿੰਦੇ ਹਾਂ ਕਿ ਪੂਰੇ ਜੰਮੂ ਡਿਸਟ੍ਰਿਕਟ ਵਿੱਚ ਜਿੱਥੇ ਕੋਈ ਵੀ ਸਾਨੂੰ ਯਾਦ ਕਰੇਗਾ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਮਹਾਂਪੁਰਸ਼ਾਂ ਨੇ ਪਿਛਲੇ ਸਮੇਂ ਹੁਕਮ ਕੀਤਾ ਤੁਸੀਂ ਪੁੰਛ ਵਿਖੇ ਡੇਰਾ ਨੰਗਾਲੀ ਸਾਹਿਬ ਆਉਣਾ ਹੈ, ਮਹਾਂਪੁਰਸ਼ਾਂ ਦੀ ਬਰਸੀ ਹੈ। ਦਾਸ ਸਪੈਸ਼ਲ ਇੱਕ ਪਾਣੀ ਚੈਨਲ ਦੇ ਵੀਰ ਨੂੰ ਨਾਲ ਲੈ ਕੇ ਉੱਥੇ ਪਹੁੰਚਿਆ, ਉੱਥੇ ਸੇਵਾ ਨਿਭਾ ਕੇ ਆਏ। ਇੱਥੇ ਵੀ ਪਿੰਡਾਂ ਵਿੱਚ ਵੀ ਜਿੱਥੇ ਜਿੱਥੇ ਕਿਸੇ ਨੇ ਯਾਦ ਕੀਤਾ ਅਸੀਂ ਸੇਵਾ ਨਿਭਾਈ ਹੈ। ਦਾਸ ਨਿਗਿਆਨਾ ਆਸ਼ਰਮ ਹਰ ਐਤਵਾਰ 9 ਤੋਂ 9:30 ਗੁਰਮਤਿ ਵਿਚਾਰਾਂ ਸੰਗਤ ਦੇ ਸਾਹਮਣੇ ਰੱਖਦੇ ਹਾਂ, ਗੁਰਸ਼ਬਦ ਦੀ ਵਿਚਾਰ ਕਰਦੇ ਹਾਂ। ਅਸੀਂ ਹਮੇਸ਼ਾ ਏਕਤਾ ਚਾਹੁੰਦੇ ਹਾਂ। ਇਸ ਵਾਰ ਵੀ ਸਾਡੀ ਬੜੀ ਕੋਸ਼ਿਸ਼ ਰਹੀ ਹੈ ਕਿ ਅਸੀਂ ਇਲੈਕਸ਼ਨ ਵਿੱਚ ਨਾ ਆਈਏ, ਪਰ ਆਖਰ ਮੌਕੇ ਸਾਨੂੰ ਆਉਣਾ ਪਿਆ। ਇਲੈਕਸ਼ਨ ਵਿੱਚ ਸਿਲੈਕਸ਼ਨ ਵੀਰਾਂ ਨੇ ਕਰਾਈ ਕਈ ਥਾਵਾਂ 'ਤੇ, ਲੇਕਿਨ ਇੱਥੇ ਅਸੀਂ ਨਾਕਾਮਯਾਬ ਰਹੇ। ਸਾਨੂੰ ਇਲੈਕਸ਼ਨ ਵਿੱਚ ਆਉਣਾ ਪਿਆ ਤੇ ਸੰਗਤਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਦਾਸ ਉਮੀਦ ਕਰਦਾ ਹੈ ਕਿ ਦਾਸ ਜਿੱਤ ਕੇ ਜਾਏਗਾ ਅਤੇ ਸੰਗਤਾਂ ਦੇ ਜਿਹੜੇ ਰਹਿੰਦੇ ਕੰਮ ਨੇ, ਬਰਾਦਰ ਭਾਈਚਾਰੇ ਦੇ ਜਿਹੜੇ ਰਹਿੰਦੇ ਕੰਮ ਨੇ, ਕਿਤੇ ਕੋਈ ਦੁਬਦਾ ਹੈ, ਕਿਤੇ ਕੋਈ ਬਖੇੜਾ ਹੈ, ਕਿਤੇ ਨਾਰਾਜ਼ਗੀਆਂ ਨੇ ਜਾਂ ਗੁਰੂ ਘਰ ਦੇ ਕੰਮਾਂ ਲਈ ਅਗਰ ਕੋਈ ਵੀ ਕੰਮ ਹੋਏਗਾ ਅਸੀਂ ਨੇਤਰੇ ਚਾੜਨ ਲਈ ਬਿਲਕੁਲ ਤਤਪਰ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਫਤਿਹ ਸਿੰਘ ਜੀ ਹੋਣਾ ਨੇ ਕਿਹਾ ਕਿ ਇਹਨਾਂ ਦਾ ਇੱਕ ਸੁਨੇਹਾ ਮੈਨੂੰ ਬਹੁਤ ਵਧੀਆ ਲੱਗਿਆ ਉਹਦੇ 'ਚੋਂ, ਕਿ ਇਹਨਾਂ ਨੇ ਕਿਹਾ ਕਿ ਹੁਣ ਇਸ ਸਮੇਂ ਇਲੈਕਸ਼ਨਾਂ ਦੇ ਵਿੱਚ ਭਾਵੇਂ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਹੋਏ ਹਾਂ, ਲੇਕਿਨ ਜਿਹੜਾ ਵੀ ਜਿੱਤ ਕੇ ਆਏਗਾ ਸਾਰੀ ਸੰਗਤ ਨੂੰ ਇਕੱਠੇ ਹੋ ਕੇ ਚੱਲਣਾ। ਕਿਉਂਕਿ ਜਦੋਂ ਜਿਨ੍ਹਾਂ ਨੂੰ ਅਸੀਂ ਸਪੋਰਟ ਕਰਦੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਸਾਡੀ ਆਵਾਜ਼ ਨੂੰ ਅੱਗੇ ਪਹੁੰਚਾਉਣਗੇ, ਸਿੱਖ ਕੌਮ ਦੀ ਆਵਾਜ਼ ਨੂੰ, ਲੇਕਿਨ ਜਦੋਂ ਉਹਨਾਂ ਕਰਕੇ ਅਸੀਂ ਧੜਿਆਂ 'ਚ ਵੰਡੇ ਜਾਂਦੇ ਹਾਂ ਤਾਂ ਸੰਗਤ ਵੀ ਡਿਵਾਈਡ ਹੋ ਜਾਂਦੀ ਹੈ। ਉਹਦਾ ਖਾਮਿਆਜ਼ਾ ਜਿਹੜਾ ਆਮ ਸੰਗਤ ਨੂੰ ਭੁਗਤਣਾ ਪੈਂਦਾ ਹੈ। ਤੇ ਨਾਲ ਹੀ ਗੁਰਮਤਿ ਦਾ ਪ੍ਰਚਾਰ ਕਰਦੇ ਨੇ, ਕਿਉਂਕਿ ਗੁਰਦੁਆਰਾ ਸਾਹਿਬ ਵਿਖੇ ਕਿਤੇ ਵੀ ਵੇਖੀਏ ਕਥਾ ਦੇ ਰਾਹੀਂ, ਗੁਰਮਤਿ ਵਿਚਾਰਾਂ ਦੇ ਰਾਹੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾਉਂਦੇ ਨੇ। ਇਸ ਸੇਵਾ ਦੀ ਆਪਾਂ ਇਹਨਾਂ ਦੀ ਸ਼ਲਾਘਾ ਕਰਦੇ ਹਾਂ। ਬਾਕੀ ਸੰਗਤ ਨੂੰ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ, ਬਾਕੀ ਫੈਸਲਾ ਸੰਗਤ ਦੇ ਹੱਥ ਵਿੱਚ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग